ਹੈਲੋ एवरीवन ਵੈਲਕਮ ਟੂ ਸਟਰੀ ਸ਼ੌਕਤ ਹਿਸਟਰੀ ਬਿਕਮਸ ਈਜ਼ੀਅਰ। ਸੋ ਇਹ ਲੈਟਰ ਤੁਸੀਂ ਦੇਖ ਰਹੇ ਹੋ ਜੀ, ਕੱਲ ਦਾ ਇਹ ਲੈਟਰ ਕਾਫੀ ਵਾਇਰਲ ਹੋ ਰਿਹਾ। ਆਪਾਂ ਵੀ ਤੁਹਾਨੂੰ ਇਸ ਬਾਰੇ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਵਾਇਰਲ ਇਨਫੋਰਮੇਸ਼ਨ ਹੈ, ਲੇਕਿਨ ਹਾਲੇ ਤੱਕ ਇਸ ਦੇ ਰਿਗਾਰਡਿੰਗ ਆਫੀਸ਼ੀਅਲ ਕੁਝ ਵੀ ਨਹੀਂ ਆਇਆ। ਪਰ ਇਹ ਵਾਇਰਲ ਇਨਫੋਰਮੇਸ਼ਨ ਨੇ ਹੀ ਬਹੁਤ ਜ਼ਿਆਦਾ ਜਿਹੜਾ ਸਭ ਲੋਕਾਂ ਨੂੰ ਟੈਨਸ਼ਨ ਦੇ ਵਿੱਚ ਪਾ ਦਿੱਤਾ ਹੈ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਮੇਨ ਗੱਲਾਂ ਲਿਖੀਆਂ ਹੋਈਆਂ ਨੇ। ਪਰ ਇਹ ਡਿਟੇਲ ਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ, ਇਹ ਹੈਗਾ ਜੀ ਲੈਟਰ, ਜਿਸ ਦੇ ਵਿੱਚ ਵਿਸ਼ਾ ਹੈ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਿੱਖਿਆ ਵਿਭਾਗ ਦੇ ਵੱਖ-ਵੱਖ ਕਾਡਰਾਂ ਦੀਆਂ ਅਸਾਮੀਆਂ ਪ੍ਰਕਾਸ਼ਿਤ ਕਰਨ ਸੰਬੰਧੀ। हाँ, जिस ਵਿੱਚ ਆਪਾਂ ਨੀਚੇ ਜਾਈਏ ਤਾਂ ਫੋਰਥ ਪੁਆਇੰਟ ਆਪਣੇ ਪਾਸ ਪਿਆ ਹੈਗਾ, ਜਿਸ ਦੇ ਵਿੱਚ ਜਿਸਨੇ ਮੇਨ ਸਾਰਿਆਂ ਨੂੰ ਟੈਨਸ਼ਨ ਦੇ ਵਿੱਚ ਪਾਇਆ ਹੋਇਆ, ਕਿਉਂਕਿ ਇਸ ਦੇ ਵਿੱਚ ਲਿਖਿਆ ਹੋਇਆ ਜੀ ਕਿ ਸਮੇਂ-ਸਮੇਂ ਤੇ ਭਰਤੀ ਕੀਤੇ ਵੱਖ-ਵੱਖ ਤਰ੍ਹਾਂ ਦੇ ਵਲੰਟੀਅਰਸ ਨੂੰ ਵਿਭਾਗ ਵਿੱਚ ਸ਼ਾਮਿਲ ਕਰਨ ਸੰਬੰਧੀ ਮਾਮਲੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸੰਬੰਧੀ ਵਿਭਾਗ ਵੱਲੋਂ ਦੱਸਿਆ ਗਿਆ ਕਿ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਕਾਡਰ ਵਿੱਚ ਸਿੱਧੀ ਭਰਤੀ ਲਈ ਵਿਭਾਗ ਵੱਲੋਂ 17,392 ਅਸਾਮੀਆਂ ਭਰਨ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਪਰੰਤੂ ਮਾਨਯੋਗ ਅਦਾਲਤ ਵੱਲੋਂ 2364 ਈਟੀਟੀ ਦੀਆਂ ਅਸਾਮੀਆਂ ਦੀ ਭਰਤੀ ਰੱਦ ਕਰ ਦਿੱਤੀ ਗਈ ਹੈ। ਸੋ ਇਹ ਜਿਹੜੀ ਲਾਈਨ ਹੈ, ਇਸਨੇ ਹੀ ਮੇਨ ਜਿਹੜਾ ਸਾਰਿਆਂ ਨੂੰ ਦੁਖੀ ਕੀਤਾ ਹੋਇਆ, ਕਿਉਂਕਿ 2364 ਭਰਤੀ ਲਈ ਸਭ ਨੇ ਮਿਹਨਤ ਬਹੁਤ ਕੀਤੀ ਸੀ। ਫਰਵਰੀ 2020 ਦੀਆਂ ਇਹ ਪੋਸਟ ਆਊਟ ਹੋਈਆਂ ਨੇ। ਸਾਲ ਪਹਿਲਾਂ ਅਸੀਂ ਇਹਨਾਂ ਪੋਸਟਾਂ ਦੇ ਲਈ ਪੈਸੇ ਭਰੇ, ਕੋਚਿੰਗਾਂ ਦੇ ਵਿੱਚ ਪੈਸੇ ਲਗਾਏ, 5,000 6,000 ਕਿਸੇ ਦੀ ਕਿੰਨੀ ਫੀਸ, ਉਹ ਫੀਸਾਂ ਦਿੱਤੀਆਂ, ਕਾਪੀਆਂ ਕਿਤਾਬਾਂ ਤੇ ਲਗਾਏ, ਸਾਲ ਅਸੀਂ ਤਿਆਰੀ ਕੀਤੀ ਤੇ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਐਗਜ਼ਾਮ ਹੋਇਆ, ਦਸੰਬਰ ਦੇ ਵਿੱਚ ਸਕਰੂਟਨੀ ਹੋਈ ਤੇ ਐਵੇਂ ਸੀ ਕਿ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਜ਼ਰੂਰ ਜਿਹੜੇ ਇਹਦੇ ਆਫਰ ਲੈਟਰ ਮਿਲ ਜਾਣਗੇ। ਲੇਕਿਨ ਅੱਜ 2 ਸਾਲ ਹੋ ਚੁੱਕੇ, ਇਹ ਭਰਤੀ ਦੇ ਵਿੱਚ ਕੁਝ ਵੀ ਨਹੀਂ ਮਿਲਿਆ। ਉੱਤੋਂ ਵਕੀਲਾਂ ਨੂੰ ਜਿਹੜੇ ਪੈਸੇ ਆ ਉਹ ਅੱਡ ਦੇਣੇ ਪਏ, ਵੀ ਕੁਝ ਲੱਗ ਗਿਆ ਇਸ ਦੇ ਵਿੱਚ, ਪਰ ਮਿਲਿਆ ਕੁਝ ਵੀ ਨਹੀਂ। ਉਸ ਤੋਂ ਬਾਅਦ ਡਿਪਾਰਟਮੈਂਟ ਤੇ ਉਮੀਦ ਸੀ ਡਿਪਾਰਟਮੈਂਟ ਜ਼ਰੂਰ ਇਸ ਤੇ ਕੁਝ ਕਰੇਗਾ, ਲੇਕਿਨ ਇਹ ਵਾਇਰਲ ਨੋਟਿਸ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਹੋਇਆ, ਇਸ ਦੇ ਅਕੋਰਡਿੰਗ ਡਿਪਾਰਟਮੈਂਟ ਨੇ ਵੀ ਆਪਣੇ ਹੱਥ ਜਿਹੜੇ ਉਹ ਖੜੇ ਕਰ ਦਿੱਤੇ ਆ। ਇਸ ਤੋਂ ਇਲਾਵਾ 6635 ਈਟੀਟੀ ਤੇ 8393 ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਸੰਬੰਧੀ ਮਾਮਲਾ ਵੀ ਮਾਨਯੋਗ ਅਦਾਲਤ ਦੇ ਵਿੱਚ ਲੰਬਿਤ ਹੋਣ ਕਰਕੇ ਇਸ ਭਰਤੀ ਨੂੰ ਅੰਤਿਮ ਰੂਪ ਦੇਣ ਦਾ ਸਮਾਂ ਲੱਗ ਸਕਦਾ ਹੈ। ਸੋ 8393 ਆਪਾਂ ਨੂੰ ਪਤਾ ਜੀ, ਅਦਾਲਤ ਦੇ ਵਿੱਚ ਇਹਦਾ ਵੀ ਜਿਹੜਾ ਫੈਸਲਾ ਹੋ ਚੁੱਕਿਆ ਤੇ ਇਸ ਨੂੰ ਵੀ ਇਹਦੀ ਭਰਤੀ ਦਾ ਐਡਵਰਟੀਜ਼ਮੈਂਟ ਵੀ ਕੁਆਸ਼ ਕਰਕੇ ਨਵੀਂ ਐਡਵਰਟੀਜ਼ਮੈਂਟ ਕੱਢਣ ਦਾ ਐਲਾਨ ਕੀਤਾ ਹੈ। ਨਵੀਂ ਐਡਵਰਟੀਜ਼ਮੈਂਟ ਦੇ ਵਿੱਚ 50% ਦੋਨਾਂ ਨੂੰ, ਵਲੰਟੀਅਰਸ ਨੂੰ ਵੀ ਤੇ ਨਾਲ ਹੀ ਜਿਹੜੇ ਫਰੈਸ਼ਰਸ ਨੇ ਉਹਨਾਂ ਨੂੰ ਰੱਖਣ ਲਈ ਕਿਹਾ। ਲੇਕਿਨ ਅਗਰ ਆਪਾਂ ਗੱਲ ਕਰ ਲਈਏ ਵਲੰਟੀਅਰਸ ਦੀ, ਤਾਂ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਤਨਖਾਹ ਜਿਹੜੀ ਉਹ ਵਧਾਈ ਜਾਵੇ ਤੇ ਨਾਲ ਹੀ ਉਹਨਾਂ ਨੂੰ ਇਹ ਐਸ਼ੋਰੈਂਸ ਦਿੱਤੀ ਜਾਵੇ ਰਿਟਰਨ ਦੇ ਵਿੱਚ ਕਿ ਕੱਲ੍ਹ ਨੂੰ ਉਹਨਾਂ ਦੀ ਪੋਸਟ ਤੋਂ ਕੋਈ ਵੀ ਸਰਕਾਰ ਜਿਹੜੀ ਆ ਕੇ ਉਹਨਾਂ ਨੂੰ ਨਹੀਂ ਕੱਢੇਗੀ। ਸੋ ਇੰਨਾ ਕੁ ਅਗਰ ਉਹਨਾਂ ਨੂੰ ਕਰ ਦਿੱਤਾ ਜਾਵੇ ਤਾਂ ਜਿਹੜੀ ਉਹਨਾਂ ਦੀ ਡਾਇਰੈਕਟ ਪੱਕੇ ਹੋਣ ਦੀ ਮੰਗ ਸੀਗੀ, ਉਹ ਉਸ ਚੀਜ਼ ਨੂੰ ਜਿਹੜੇ ਫਿਰ ਪਿੱਛੇ ਹਟ ਜਾਣਗੇ। ਉਹਨਾਂ ਦੀ ਸਿਰਫ ਇੱਕ ਤਨਖਾਹ ਵਧਾਈ ਜਾਵੇ ਜਿੰਨੀ ਉਹ ਕਹਿ ਰਹੇ ਨੇ, ਪਲੱਸ ਉਹਨਾਂ ਨੂੰ ਇਹ ਐਸ਼ੋਰੈਂਸ ਦਿੱਤਾ ਜਾਵੇ ਕਿ ਉਹਨਾਂ ਨੂੰ ਉਹਨਾਂ ਦੀ ਪੋਸਟ ਤੋਂ ਨਹੀਂ ਕੱਢਿਆ ਜਾਵੇਗਾ। ਇਹ ਉਹਨਾਂ ਨੇ ਕਿਹਾ ਤੇ ਉਹਨਾਂ ਦੀ ਸਰਕਾਰ ਨਾਲ ਗੱਲ ਚੱਲ ਵੀ ਰਹੀ ਹੈ। ਜਿਸ ਤਰ੍ਹਾਂ ਉਹਨੇ ਕਿਹਾ ਕਿ ਸਰਕਾਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਉਸ ਦੇ ਬੇਸਿਸ ਤੇ ਉਹਨਾਂ ਨੇ ਆਪਣਾ ਨਵਾਂ ਐਡਵਰਟੀਜ਼ਮੈਂਟ, ਨਵਾਂ ਜਿਹੜਾ ਲੈਟਰ ਹੈ ਉਹ ਤਿਆਰ ਕਰ ਲਿਆ, ਤਾਂ ਜਲਦੀ ਹੀ ਬਾਹਰ ਆਊਟ ਕਰ ਦਿੱਤਾ ਜਾਏਗਾ। ਸੋ ਜਿਵੇਂ 8393 ਦੇ ਵਿੱਚ ਕੋਈ ਨਾ ਕੋਈ ਸਹਿਮਤੀ ਬਣ ਕੇ ਲੈਟਰ ਜਿਹੜਾ ਉਹ ਆਊਟ ਹੋਏਗਾ ਨਵੀਂ ਐਡਵਰਟੀਜ਼ਮੈਂਟ ਵਾਲਾ ਜਾਂ ਵਲੰਟੀਅਰਸ ਨਾਲ, ਜਿਵੇਂ ਵੀ ਉਹਨਾਂ ਦੀ ਸਹਿਮਤੀ ਬਣੀ ਹੈ, ਉਮੀਦ ਹੈ 2364 ਈਟੀਟੀ ਦੇ ਵਾਲਿਆਂ ਨਾਲ ਵੀ ਕਿਸੇ ਨਾ ਕਿਸੇ ਤਰ੍ਹਾਂ ਸਹਿਮਤੀ ਬਣ ਜਾਏ ਤੇ 2364 ਦਾ ਜਿਹੜਾ ਹੱਲ ਹੈ ਉਹ ਸਰਕਾਰ ਕਰ ਦੇ, ਕਿਉਂਕਿ ਇਹ ਲੈਟਰ ਵੀ ਜਿਹੜਾ ਜੀ ਵਾਇਰਲ ਹੈ, ਆਫੀਸ਼ੀਅਲ ਨਹੀਂ ਹੈ। ਉਮੀਦ ਰੱਖੋ, ਆਸ ਰੱਖੋ, ਪ੍ਰੇ ਕਰੋ ਕਿ ਆਫੀਸ਼ੀਅਲੀ ਡਿਪਾਰਟਮੈਂਟ ਜ਼ਰੂਰ ਇਸ ਤੇ ਕੁਝ ਕਰ ਰਿਹਾ ਹੋਵੇ ਤੇ ਕਿਸੇ ਨਾ ਕਿਸੇ ਤਰ੍ਹਾਂ ਇਸ ਦੀ ਸਹਿਮਤੀ ਜਿਹੜੀ ਹੈ ਉਹ ਕੈਂਡੀਡੇਟਸ ਦੇ ਨਾਲ ਸਰਕਾਰ ਦੀ ਬਣ ਜਾਵੇ ਤੇ 2364 ਦੀ ਜਿਹੜੀ ਭਰਤੀ ਹੈ ਉਹ ਆਊਟ ਹੋ ਜਾਵੇ, ਉਹ ਕਿਸੇ ਠੰਡੇ ਬਸਤੇ ਨਾ ਪਵੇ, ਰੱਦ ਨਾ ਹੋਵੇ, ਉਹ ਜ਼ਰੂਰ ਜਿਹੜੀ ਹੈ ਭਰਤੀ ਪੂਰੀ ਹੋਵੇ, ਕਿਉਂਕਿ ਉਸ ਦੇ ਵਿੱਚ ਮਿਹਨਤ ਬਹੁਤ ਲੱਗੀ ਹੋਈ ਹੈ। ਪਰ ਮੈंने ਕਿਤੇ ਸੁਣਿਆ ਸੀ ਕਿ ਮਿਹਨਤ ਕੀਤੀ ਕਦੀ ਕਿਤੇ ਵੇਸਟ ਨਹੀਂ ਜਾਂਦੀ। ਜੇ ਆਪਾਂ ਮਿਹਨਤ ਕੀਤੀ ਹੈ ਤਾਂ ਫਲ ਜਿਹੜਾ ਰੱਬ ਜ਼ਰੂਰ ਦਊਗਾ। ਸੋ ਸਾਰੀਆਂ ਆਸਾਂ ਰੱਬ ਤੇ ਰੱਖੋ, ਉਹ ਕਦੀ ਤੁਹਾਡੀ ਮਿਹਨਤ ਨੂੰ ਵੇਸਟ ਨਹੀਂ ਜਾਣ ਦਊਗਾ। ਉਸ ਤੋਂ ਬਾਅਦ ਉਹਨਾਂ ਨੇ ਲਿਖਿਆ, ਉਕਤ ਸਥਿਤੀ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਕਿ ਘੱਟ ਉਜਰਤਾਂ ਤੇ ਕੰਮ ਕਰਦੇ ਇਹਨਾਂ ਵਲੰਟੀਅਰਸ ਦੀ ਤਨਖਾਹ ਵਧਾਉਣ ਸੰਬੰਧੀ ਵਿਭਾਗ ਵੱਲੋਂ ਵਿੱਤ ਵਿਭਾਗ ਸਨਮੁਖ ਤਜਵੀਜ਼ ਪੇਸ਼ ਕੀਤੀ ਜਾਵੇ। ਸੋ ਉਹਨਾਂ ਦੀ ਤਨਖਾਹ ਵਧਾਉਣ ਦੀ ਜਿਹੜੀ ਤਜਵੀਜ਼ ਹੈ ਉਹ ਪੇਸ਼ ਕੀਤੀ ਗਈ ਹੈ ਜੀ। ਹੁਣ ਉਹ ਤਨਖਾਹ ਜਿਹੜੀ ਉਹਨਾਂ ਦੀ ਵਧਾਈ ਜਾਵੇਗੀ। ਵਿਭਾਗ ਵੱਲੋਂ ਦੱਸਿਆ ਗਿਆ ਕਿ ਮਿਡ ਡੇ ਮੀਲ ਸੁਸਾਇਟੀ ਅਧੀਨ ਕੰਮ ਕਰਦੇ ਕੁੱਕ ਕੰਮ ਹੈਲਪਰਾਂ ਦਾ ਮਿਹਨਤਾਨਾ 2200 ਰੁਪਏ ਪ੍ਰਤੀ ਮਹੀਨਾ ਹੈ, ਜੋ ਕਿ ਇਹਨਾਂ ਵੱਲੋਂ ਕੀਤੇ ਜਾ ਰਹੇ ਕੰਮ ਦੇ ਮੱਦੇਨਜ਼ਰ ਘੱਟ ਜਾਪਦਾ ਹੈ। ਸੋ ਉਹਨਾਂ ਦਾ ਵਧਾ ਕੇ ਹੁਣ 2500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਵਿਭਾਗ ਵੱਲੋਂ ਦੱਸਿਆ ਗਿਆ ਜੀ, ਰਮਸਾ ਅਧੀਨ ਅਧਿਆਪਕਾਂ ਦੀ ਤਨਖਾਹ 38,200 ਰੁਪਏ, ਮੁੱਖ ਅਧਿਆਪਕਾਂ ਦੀ ਤਨਖਾਹ 42,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾ ਰਹੀ ਸੀ, ਪਰੰਤੂ 2016 ਦੌਰਾਨ ਭਾਰਤ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਤੇ ਮੁੱਖ ਅਧਿਆਪਕਾਂ ਦੀ ਤਨਖਾਹ ਕਰਮਵਾਰ 30,500 ਤੇ 40,000 ਕਰ ਦਿੱਤੀ ਗਈ। ਇਹ ਤਨਖਾਹ ਕੇਂਦਰ ਅਤੇ ਰਾਜ ਸਰਕਾਰ 60-40 ਦੀ ਰੇਸ਼ੋ ਦੇ ਵਿੱਚ ਦਿੱਤੀ ਜਾਂਦੀ ਸੀ। ਇਸ ਮੁੱਦੇ ਦੇ ਸਿਧਾਂਤਕ ਤੌਰ ਤੇ ਸਟੇਟ ਸ਼ੇਅਰ 40% ਦੇ ਅਨੁਪਾਤ ਅਨੁਸਾਰ ਬਣਦੀ ਰਕਮ ਦਾ ਪੈਂਡਿੰਗ ਐਰੀਅਰ ਮਨਜ਼ੂਰ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ 60% ਅਨੁਪਾਤ ਅਨੁਸਾਰ ਬਣਦੇ ਬਕਾਏ ਸੰਬੰਧੀ ਵਿਭਾਗ ਵੱਲੋਂ ਮਾਮਲਾ ਕੇਂਦਰ ਸਰਕਾਰ ਨਾਲ ਟੇਕ ਅਪ ਕੀਤਾ ਜਾਵੇ। ਅੰਤ ਵਿੱਚ ਮੀਟਿੰਗ ਮਾਨਯੋਗ ਮੁੱਖ ਮੰਤਰੀ ਜੀ ਦੇ ਧੰਨਵਾਦ ਸਹਿਤ ਸਮਾਪਤ ਹੋਈ। ਸੋ ਇਹ ਜਿਹੜੀ ਹੈ ਪੂਰੀ ਮੀਟਿੰਗ ਦਾ ਇਹਨਾਂ ਨੇ ਇੱਥੇ ਵੇਰਵਾ ਦਿੱਤਾ ਹੋਇਆ, ਜਿਹਦੇ ਵਿੱਚ ਇੱਕ ਮੇਨ ਤਾਂ ਗੱਲ ਸੀਗੀ 2364 ਬਾਰੇ ਕਿ 2364 ਦੀ ਭਰਤੀ ਰੱਦ ਹੋ ਗਈ ਹੈ। ਦੇਖੋ, ਇਹ ਇੱਕ ਵਾਇਰਲ ਨੋਟਿਸ ਹੈ, ਵਾਇਰਲ ਨੋਟਿਸ ਤੇ ਆਪਾਂ ਨੂੰ ਬਿਲੀਵ ਨਹੀਂ ਕਰਨਾ ਚਾਹੀਦਾ। ਆਫੀਸ਼ੀਅਲੀ ਆਪਾਂ ਨੂੰ ਸਰਕਾਰ ਨਾਲ ਸਹਿਮਤੀ ਕਿਸੇ ਨਾ ਕਿਸੇ ਤਰ੍ਹਾਂ ਬਣਾਉਣੀ ਚਾਹੀਦੀ ਹੈ 2364 ਦੇ ਲਈ, ਤਾਂ ਕਿ 2364 ਭਰਤੀ ਜਿਹੜੀ ਉਹ ਪੂਰੀ ਹੋਵੇ।
ਲਾਸਟ ਇਹ ਕਹੂੰਗੀ ਕਿ ਰੱਬ ਤੇ ਜ਼ਰੂਰ ਉਮੀਦ ਰੱਖੋ। ਰੱਬ ਕਦੇ ਵੀ ਜਿਹੜੀ ਮਿਹਨਤ ਕੀਤੀ ਹੋਈ ਹੈ ਵੇਸਟ ਨਹੀਂ ਜਾਂਦੀ। 2 ਸਾਲ ਬੱਚਿਆਂ ਦੀ ਮਿਹਨਤ ਹੈ। ਉਸ ਤੋਂ ਬਾਅਦ 6635 ਜਿਹੜੀ ਆ ਉਹ ਕੋਰਟ ਦੇ ਵਿੱਚ ਹੈਗੀ ਆ। ਉਹਨਾਂ ਨੇ ਕਿਹਾ ਕਿ ਇਸ ਨੂੰ ਟਾਈਮ ਲੱਗ ਸਕਦਾ, ਅੰਤਿਮ ਰੂਪ ਵਿੱਚ ਦੇਣ ਵਿੱਚ ਸਮਾਂ ਲੱਗ ਸਕਦਾ, ਲੇਕਿਨ ਇੰਨੇ ਦੇ ਵਿੱਚ 5994 ਪੋਸਟਾਂ ਹੋਰ ਅਨਾਊਂਸ ਕੀਤੀਆਂ ਜਾ ਰਹੀਆਂ ਨੇ ਅਕੋਰਡਿੰਗ ਟੂ ਇਸ ਵਾਇਰਲ ਨੋਟਿਸ ਦੇ ਵਿੱਚ। ਤਾਂ ਸਭ ਨੂੰ ਇਹ ਸੀਗਾ ਕਿ ਕੀ ਹੁਣ ਨਵੀਆਂ ਪੋਸਟਾਂ ਆ ਜਾਣਗੀਆਂ, ਕਿ ਪੁਰਾਣੀਆਂ ਪੋਸਟਾਂ ਦਾ ਕੀ ਬਣੂਗਾ, 6635 ਦਾ ਕੀ ਬਣੂਗਾ, ਉਹ ਤਾਂ ਫਿਰ ਸਾਰੀਆਂ ਰੁਲ ਜਾਣਗੀਆਂ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਨਵੀਆਂ ਪੋਸਟਾਂ ਇਹ ਜਿਹੜੀ ਮੈਂ ਹੁਣ ਦੱਸਣ ਵਾਲੀ ਹਾਂ, ਇਹ ਨਵੇਂ ਸਟੂਡੈਂਟਸ ਲਈ ਵੀ ਆ, ਉਹਨਾਂ ਲਈ ਵੀ ਫਾਇਦੇਮੰਦ ਹੈ ਔਰ ਪੁਰਾਣੇ ਲਈ ਵੀ ਹੈ। ਉਹ ਇਹ ਹੈਗੀ ਹੈ ਜੀ ਕਿ ਨਵੀਆਂ ਪੋਸਟਾਂ ਅਗਰ ਆਉਂਦੀਆਂ ਵੀ ਨੇ, ਮੰਨ ਲਓ 6635 ਹਲੇ ਕੋਰਟ ਦੇ ਵਿੱਚ ਔਰ ਨਵੀਆਂ ਪੋਸਟਾਂ ਪਹਿਲਾਂ ਅਨਾਊਂਸ ਹੋ ਵੀ ਜਾਂਦੀਆਂ ਨੇ 5994, ਤਾਂ ਉਹ ਕਿਸ ਤਰ੍ਹਾਂ ਭਰੀਆਂ ਜਾਣਗੀਆਂ? ਕਿ ਉਹ PSET ਬੇਸਿਸ 'ਤੇ ਭਰੀਆਂ ਜਾਣਗੀਆਂ ਜਾਂ ਉਹਨਾਂ ਦਾ ਟੈਟ ਯਾਨੀ ਕਿ ਦੂਸਰਾ ਐਗਜ਼ਾਮ ETT ਪੇਪਰ 2 ਹੋਏਗਾ। ਦੇਖੋ ਪਹਿਲੀ ਗੱਲ ਤਾਂ ਇਹ ਕਿ ETT ਪੇਪਰ 2 ਕੋਈ ਵੀ ਭਰਤੀ ਆਉਂਦੀ ਹੈ, ਪੇਪਰ 2 ਹੋਣਾ ਜ਼ਰੂਰੀ ਹੈ। ਕਿਉਂ ਜ਼ਰੂਰੀ ਸੀਗਾ, ਕਿਉਂ ਰੱਖਿਆ ਗਿਆ ਸੀ ETT ਪੇਪਰ 2? ਇਸ ਕਰਕੇ ਕਿ ਅੱਜ ਜਿਹੜਾ ਹੈ 2011 ਦੇ ਵਿੱਚ ਜਿਹਨੇ ਟੈਟ ਕੀਤਾ, 2016 'ਚ ਜਿਹਨੇ ਟੈਟ ਕੀਤਾ, 2020 'ਚ ਜਿਹਨੇ ਟੈਟ ਕੀਤਾ ਅਤੇ ਅੱਗੇ ਹੁਣ 2021 ਜਿਹੜਾ ਟੈਟ ਕਰਕੇ ਪਾਸ ਹੋਏਗਾ, ਉਹ ਸਾਰੇ ਇਕੱਠੇ ਜਿਹੜਾ ਉਹਨਾਂ ਦੇ ਜਿਹੜੇ ਮਾਰਕਸ ਨੇ ਟੈਟ ਦੇ ਵਿੱਚੋਂ ਕੰਪੇਅਰ ਨਹੀਂ ਕੀਤੇ ਜਾ ਸਕਦੇ। ਕਿਸੇ ਦੇ 2011 ਦੇ ਵਿੱਚ ਲਿੱਤੇ ਹੋਏ ਟੈਟ ਦੇ ਮਾਰਕਸ ਨੇ ਅਤੇ ਕਿਸੇ ਅੱਜ 2021 ਦੇ ਵਿੱਚ ਲਿੱਤੇ ਹੋਏ ਮਾਰਕਸ ਨੇ। ਫਰਕ ਹੁੰਦਾ ਗੱਲਾਂ ਦੇ ਵਿੱਚ, ਸਿਚੁਏਸ਼ਨ ਦੇ ਵਿੱਚ, ਮਾਰਕਸ ਨੂੰ ਆਪਸ ਦੇ ਵਿੱਚ ਕੰਪੇਅਰ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਭਰਤੀਆਂ ਕਰਨ ਲਈ ਇੱਕ ਪੇਪਰ ਰੱਖ ਦਿੱਤਾ ਗਿਆ ਕਿ ਚਲੋ ਇਸ ਦੇ ਵਿੱਚ ਸਾਰੇ ਇਕੱਠੇ ਬੈਠ ਜਾਓ, ਇਸ 'ਚ ਜਿਵੇਂ ਮੈਰਿਟ ਬਣੇਗੀ ਉਸ ਬੇਸਿਸ 'ਤੇ ਭਰਤੀ ਕੀਤੀ ਜਾਏਗੀ। ਇਸ ਪਰਪਸ ਤੋਂ ਜਿਹੜਾ 2364 ਦੇ ਲਈ ETT ਪੇਪਰ 2 ਰੱਖਿਆ ਗਿਆ ਸੀ। ਹੁਣ 2364 ਭਰਤੀ ਹੋਈ ਨਹੀਂ ਤਾਂ 2011 ਵਾਲਾ ਉਹ ਕੈਂਡੀਡੇਟ ਵੀ ਅੱਜ ਜਿਹੜਾ ਉਹ ਬੇਰੁਜ਼ਗਾਰ ਹੈ ਨਾ। 6635 ਪੂਰੀ ਹੋਈ ਹੈ, ਸੋ ਸਾਰੇ ਕੈਂਡੀਡੇਟ ਹਲੇ ਵੀ ਉਹੀ ਫਿਰਦੇ ਆ ਜੋ ਪਹਿਲਾਂ ਜਿਹੜੇ ਬੇਰੁਜ਼ਗਾਰ ਫਿਰਦੇ ਸੀ। ਨਾਕਾਮੀਆਂ ਸਰਕਾਰ ਦੀਆਂ ਨੇ ਕਿ ਹਰ ਸਾਲ ਭਰਤੀ ਨਹੀਂ ਆਈ। ਅਗਰ ਇਹ ਹਰ ਸਾਲ ਭਰਤੀ ਹੁੰਦੀ, ਹਰ ਸਾਲ ਭਰਤੀ ਤੇ ਕੈਂਡੀਡੇਟਸ ਰੱਖੇ ਜਾਂਦੇ ਤਾਂ ਸ਼ਾਇਦ ETT ਪੇਪਰ 2 ਦੀ ਵੀ ਲੋੜ ਨਾ ਪੈਂਦੀ, ਪਰ ਭਰਤੀਆਂ ਕੀਤੀਆਂ ਨਹੀਂ ਗਈਆਂ। ਚਲੋ ਆਪਾਂ ਬੈਕ ਜਾ ਕੇ ਚੀਜ਼ਾਂ ਜਿਹੜੀਆਂ ਉਹ ਠੀਕ ਨਹੀਂ ਕਰ ਸਕਦੇ। ਦੂਸਰਾ ਇਹ ਹੈਗਾ ਇਹਦੇ ਵਿੱਚ ਕਿ ਅਗਰ ਭਰਤੀ ਆਉਂਦੀ ਆ ਉਹ ਟੈਟ ਬੇਸਿਸ 'ਤੇ ਹੋਵੇ ਜਾਂ ਫਿਰ ETT ਪੇਪਰ 2 ਦੇ ਬੇਸਿਸ 'ਤੇ ਹੋਵੇ, ਗੱਲ ਫਿਰ ਉੱਥੇ ਆ ਜਾਂਦੀ ਹੈ ਰੋਲਾ ETT ਦੇ ਵਿੱਚ BEd ਨੂੰ ਅਲੋ ਕਰਨ ਵਾਲਾ ਕਿ ਕੀ BEd ETT ਦੇ ਵਿੱਚ ਅਲੋ ਹੋਏਗੀ ਜਾਂ ਨਹੀਂ ਹੋਏਗੀ। ਨਵੀਂ ਭਰਤੀ ਦਾ ਜੋ ਇਸ਼ਤਿਹਾਰ ਹੈ ਉਸ ਨੂੰ ਨਿਰੋਲ ETT ਕੀਤਾ ਜਾਂਦਾ ਹੈ ਤਾਂ BEd ਵਾਲੇ ਫਿਰ ਕੋਰਟ ਦੇ ਵਿੱਚ ਕੇਸ ਲਗਾ ਕੇ ਭਰਤੀ ਅਟਕਾ ਦੇਣਗੇ। ਅਗਰ ਉਸ ਦੇ ਵਿੱਚ BEd ਇਨਕਲੂਡ ਕੀਤੀ ਜਾਂਦੀ ਹੈ ਤਾਂ ਫਿਰ ETT ਵਾਲੇ ਕੋਰਟ ਦੇ ਵਿੱਚ ਕੇਸ ਲਗਾ ਕੇ ਭਰਤੀ ਨੂੰ ਅਟਕਾ ਦੇਣਗੇ। ਉਹਨਾਂ ਕੈਂਡੀਡੇਟਸ ਨੂੰ ਇਹ ਕਹਿ ਰਹੀ ਹਾਂ ਜਿਨ੍ਹਾਂ ਨੇ ਨਵੇਂ ਇਹਦੇ ਵਿੱਚ ਪੈਸੇ ਪਾਉਣੇ ਨੇ ਜਾਂ ਨਵੇਂ ਇਹਦੇ ਵਿੱਚ ਲੱਗਣਾ ਹੈ, ਅਪਲਾਈ ਕਰਨਾ, ਕਿਉਂਕਿ ਉਹਨੂੰ ਐਲੀਜੀਬਲ ਹੋ ਜਾਣਗੇ ਜਾਂ ਜਿੰਨੇ ਵੀ ਕੈਂਡੀਡੇਟਸ ਨੇ, ਤਾਂ ਉਹਨਾਂ ਲਈ ਇਹੀ ਅਪੀਲ ਹੈ ਕਿ ਜਦੋਂ ਵੀ ਨੋਟੀਫਿਕੇਸ਼ਨ ਆਉਂਦਾ, ਚਾਹੇ ਉਹ ETT ਬੇਸਿਸ 'ਤੇ ਆਵੇ ਨਿਰੋਲ ਜਾਂ BEd ਨੂੰ ਇਨਕਲੂਡ ਕਰਕੇ ਆਵੇ, ਸਭ ਤੋਂ ਪਹਿਲਾਂ ਇਹ ਕਰੋ, ਏਕਾ ਬਣਾਓ, ਉਸ ਦੇ ਵਿੱਚ ਪੈਸੇ ਨਾ ਭਰਿਓ। ਕਿਉਂਕਿ ਤੁਹਾਨੂੰ ਪਤਾ ਇਸ ਦੇ ਵਿੱਚ ਤੁਸੀਂ ਪੈਸੇ ਭਰੋਗੇ, ਤੁਸੀਂ ਕੋਚਿੰਗਾਂ ਲੈਣੀਆਂ ਸ਼ੁਰੂ ਕਰ ਦੇਣੀਆਂ ਨੇ, ਉੱਥੇ ਪੈਸੇ ਵੇਸਟ ਕਰਨੇ ਸ਼ੁਰੂ ਕਰ ਦੇਣੇ ਨੇ ਅਤੇ ਨਾਲ ਦੀ ਨਾਲ ਇਹ ਭਰਤੀਆਂ ਦੇ ਕੋਰਟ ਕੇਸ ਲੱਗ ਕੇ ਜਿਹੜਾ ਉਹ ਕੋਰਟ ਕੇਸ ਹਾਈ ਕੋਰਟ ਦੇ ਵਿੱਚ ਇਹ ਭਰਤੀ ਨੇ ਜਿਹੜਾ ਅਟਕ ਜਾਣਾ। ਸੋ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਅਪੀਲ ਕਰੋ ਵੀ ਕੋਈ ਵੀ ਨਵਾਂ ਨੋਟੀਫਿਕੇਸ਼ਨ ETT ਦੀ ਭਰਤੀ ਦਾ ਕੱਢਣ ਤੋਂ ਪਹਿਲਾਂ ETT ਦਾ ਰੌਲਾ ਖਤਮ ਕੀਤਾ ਜਾਵੇ। ਪਹਿਲਾਂ ਨੋਟੀਫਿਕੇਸ਼ਨ ਅਦਾਲਤ ਦੇ ਵਿੱਚ ਇਹ ਕਲੀਅਰ ਕਰਵਾ ਕੇ ਲੈ ਕੇ ਆਇਆ ਜਾਵੇ ਕਿ ਉਹ ਨੋਟੀਫਿਕੇਸ਼ਨ ਬਿਲਕੁਲ ਸਹੀ ਹੈ ਅਤੇ ਕੱਲ੍ਹ ਨੂੰ ਉਹ ਕੁਆਸ਼ ਨਹੀਂ ਹੋਊਗਾ। ਉਹਦੇ ਵਿੱਚ ਜੋ ਵੀ ਰੋਲ ਹੈ ETT BEd ਦਾ ਉਹ ਪਹਿਲਾਂ ਮੁਕਾਇਆ ਜਾਵੇ, 6635 ਪੂਰੀ ਕੀਤੀ ਜਾਵੇ। ਇਸ ਨਾਲ ਕੀ ਫਾਇਦਾ ਹੋਏਗਾ? ਪਹਿਲਾਂ ਇਹ ਕਿ ਤੁਹਾਡੇ ਪੈਸੇ ਨਹੀਂ ਵੇਸਟ ਹੋਣਗੇ, ਕਿਉਂਕਿ ਨਹੀਂ ਤਾਂ ਇਹ ਸਿਰਫ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣ ਜਾਣਾ ਹੈ। ਕਿਸੇ ਨੂੰ ਨੌਕਰੀ ਨਾ ਦੇਣ ਦਾ ਇਹ ਇੱਕ ਬਹਾਨਾ ਬਣ ਜਾਣਾ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਭਰਤੀ ਅਟਕੀ ਹੋਈ ਹੈ। ਔਰ ਹਾਈ ਕੋਰਟ ਦੇ ਵਿੱਚ ਵੀ ਜਦੋਂ ਜਾਂਦੀ ਹੈ ਭਰਤੀ ਤਾਂ ਵਕੀਲਾਂ ਨੂੰ ਪੈਸੇ ਕੌਣ ਦਿੰਦਾ? ਆਪਣੇ ਵਕੀਲਾਂ ਨੂੰ ਪੈਸੇ 9-9 10-10 ਲੱਖ ਰੁਪਇਆ ਕੌਣ ਇਕੱਠਾ ਕਰਕੇ ਦਿੰਦਾ? ਆਪਾਂ ਹੀ ਆ ਜਿਹੜੇ ਇਕੱਠੇ ਕਰ ਪੈਸੇ ਭਰਦੇ ਔਰ ਵਕੀਲਾਂ ਨਾਲ ਲੜਦੇ ਹਾਂ। ਸੋ ਬੈਟਰ ਇਹ ਹੈ ਕਿ ਇੱਥੇ ਆਪਣੇ ਇੰਨੇ ਪੈਸੇ, ਆਪਣੀਆਂ ਆਸਾਂ ਉਮੀਦਾਂ ਵੇਸਟ ਕਰਨ ਦੀ ਬਜਾਏ, ਕਿਉਂਕਿ ਆਪਾਂ ਸਾਰੇ ਬੇਰੁਜ਼ਗਾਰ ਹਾਂ, ਕਿਸੇ ਕੋਲ ਇੰਨੇ ਫਾਲਤੂ ਪੈਸੇ ਨਹੀਂ ਹੁੰਦੇ ਕਿ ਇੰਨੇ ਪੈਸੇ ਉਹ ਅਰਥਾਂ ਸਿੱਟਦਾ ਫਿਰੇ। ਸੋ ਬੈਟਰ ਇਹ ਹੈ ਕਿ ਪਹਿਲਾਂ ਇਹ ਕਰੋ ਕਿ ਪਹਿਲਾਂ ਨੋਟੀਫਿਕੇਸ਼ਨ ਸਹੀ ਕਰਵਾਓ। ਉਹ ਸਹੀ ਕਿਵੇਂ ਹੋਊਗਾ? ਉਹਦੇ ਰਿਗਾਰਡਿੰਗ ਕੇਸ ਲੱਗੂਗਾ। ਕੇਸ ਆਲਰੇਡੀ ਲੱਗੇ ਹੋਏ ਨੇ, NCT ਤੋਂ ਜਵਾਬ ਮੰਗਿਆ ਗਿਆ ਤਾਂ ਕੇਸ ਆਲਰੇਡੀ ਚੱਲ ਰਹੇ ਆ। ਪਹਿਲਾਂ ਸਾਲ 2364 ਦੇ ਚੱਲੇ ਨੇ, ਹੁਣ 6635 ਦਾ ਚੱਲ ਰਿਹਾ। ਤਾਂ ਪਹਿਲਾਂ ਇਹਦਾ ਰੌਲਾ ਮੁੱਕ ਜਾਣ ਦਿਓ। ਇੱਥੇ ਜੋ ਵੀ ਇਸ ਦੇ ਵਿੱਚ ਫੈਸਲਾ ਆਉਣਾ ਹੈ, ETT ਚਾਹੇ BEd ਦੇ ਹੱਕ 'ਚ, ਕਿਸੇ ਦੇ ਵੀ ਹੱਕ 'ਚ ਜੋ ਵੀ ਫੈਸਲਾ ਆਉਣਾ ਹੈ, ਆ ਜਾਣ ਦਿਓ, 6635 ਪੂਰੀ ਹੋ ਜਾਣ ਦਿਓ। ਅਗਰ ਪਹਿਲਾਂ ਫੈਸਲਾ ਆ ਗਿਆ ਤਾਂ ਅੱਗੇ ਆਉਣ ਵਾਲੀ ਸਾਰੀ ETT ਦੇ ਭਰਤੀਆਂ ਦੇ ਲਈ ਇਹ ਚੀਜ਼ ਜਿਹੜੀ ਸੁਖਾਲੀ ਹੋ ਜਾਣੀ ਹੈ, ਉਹਨਾਂ ਨੂੰ ਭਰਨੀ ਹੈ ਸੁਖਾਲੀ ਹੋ ਜਾਣੀ ਹੈ ਭਰਤੀ, ਕਿਉਂਕਿ ਫੈਸਲਾ ਪਹਿਲਾਂ ਆਇਆ ਹੋਇਆ ਹੋਊਗਾ। ਉਹ ਈਜ਼ੀਲੀ ਆਪਣਾ ਪੇਪਰ ਭਰ ਕੇ ਜਿਹੜਾ ਜਲਦੀ ਤੋਂ ਜਲਦੀ ਉਹਨਾਂ ਦੀ ਭਰਤੀ ਹੋਇਆ ਕਰੂਗੀ। ਦੂਸਰਾ ਇੱਥੇ ਇਹ ਸੁਖਾਲਾ ਹੋ ਜੂ ਕਿ ਅਗਰ ਪਹਿਲਾਂ 2364 ਤੇ 6635 ਪੂਰੀ ਹੁੰਦੀ ਹੈ ਤਾਂ ਮੈਰਿਟ ਜਿਹੜੀ ਹੈ ਡਾਊਨ ਜਾਏਗੀ ਅਗਲੀਆਂ ਪੋਸਟਾਂ ਦੀ, ਕਿਉਂਕਿ ਕੈਂਡੀਡੇਟਸ ਉੱਥੇ ਸਿਲੈਕਟ ਹੋਣਗੇ। ਅਦਰਵਾਈਜ਼ 2011 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਬੇਰੁਜ਼ਗਾਰ ਹੈਗੇ ਨੇ ਉਹ ਸਾਰੇ ਜਿਹੜੇ ਆ ਉਹ ਇਹਨਾਂ ਭਰਤੀਆਂ ਦੇ ਵਿੱਚ, ਅਗਲੀ ਆਉਣ ਵਾਲੀ ਭਰਤੀਆਂ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਬੈਠਣਗੇ, ਮੈਰਿਟ ਫਿਰ ਹਾਈ ਜਾਏਗੀ। ਸੋ ਕਿਤੇ ਨਾ ਕਿਤੇ ਪਹਿਲਾਂ ਇਹੀ ਬਣਦਾ ਕਿ 2364 ਔਰ 6635 ਅਗਰ ਪਹਿਲਾਂ ਪੂਰੀ ਹੁੰਦੀ ਹੈ, ETT ਤੇ BEd ਦਾ ਰੌਲਾ ਅਗਰ ਪਹਿਲਾਂ ਮੁੱਕਦਾ ਤੇ ਇਸੇ ਗੱਲ 'ਚ ਸਾਰਿਆਂ ਦੇ ਲਈ ਫਾਇਦਾ ਹੈ। ਅਦਰਵਾਈਜ਼ ਇੱਕ ਹੋਰ ਭਰਤੀ ਆ ਰਹੀ ਹੈ ਜਿਹਦੇ ਵਿੱਚ ਸਿਰਫ ਔਰ ਸਿਰਫ ਪੈਸੇ ਵੇਸਟ ਹੋਣਗੇ, ਉਮੀਦਾਂ ਵੇਸਟ ਹੋਣਗੀਆਂ, ਅਦਰਵਾਈਜ਼ ਮਿਲਣਾ ਕਿਸੇ ਨੂੰ ਕੁਝ ਵੀ ਨਹੀਂ, ਭਰਤੀਆਂ ਫਿਰ ਜਾ ਕੇ ਹਾਈ ਕੋਰਟ ਦੇ ਵਿੱਚ ਅਟਕ ਜਾਣੀਆਂ ਨੇ। ਸੋ ਇਹੀ ਉਮੀਦ ਹੈ ਕਿ ਹਾਲੇ ਤਾਂ ਇਹ ਵਾਇਰਲ ਨੋਟਿਸ ਹੈ,
ਇਹ ਕੋਈ ਆਫੀਸ਼ੀਅਲ ਨੋਟਿਸ ਨਹੀਂ ਹੈ, ਲੇਕਿਨ ਅਗਰ ਇਹਦੇ ਮੁਤਾਬਿਕ ਵੀ ਗੱਲ ਕੀਤੀ ਜਾਵੇ ਤਾਂ ਇਸ ਗੱਲ ਨੂੰ ਸਾਰੇ ਏਕਾ ਬਣਾ ਲਓ ਵੀ ਜਦ ਤੱਕ ਈਟੀ ਤੇ ਬੀਐਡ ਦਾ ਰੌਲਾ ਨਹੀਂ ਮੁੱਕਦਾ ਤਦ ਤੱਕ ਕਿਸੇ ਨਵੀਂ ਭਰਤੀ ਦੇ ਵਿੱਚ ਕੋਈ ਵੀ ਇੱਕ ਕੈਂਡੀਡੇਟ ਆਪਣਾ ਪੈਸਾ ਵੇਸਟ ਨਾ ਕਰੇ। ਆਪਾਂ ਮੈਂ ਮਾਸਟਰ ਕੈਡਰ ਬੀਐਡ ਵਾਲਿਆਂ ਦੀ ਗੱਲ ਕਰਨਾ ਚਾਹਾਂਗੀ, ਕਿਉਂਕਿ ਦੇਖੋ ਮਾਸਟਰ ਕੈਡਰ ਦੀ ਆਪਾਂ ਇਸੇ ਨੋਟਿਸ ਦੇ ਵਿੱਚ ਆਪਾਂ ਪੜ੍ਹਿਆ ਕਿ ਟੋਟਲ ਪੋਸਟਾਂ 4185 ਨੇ, 4185 ਪੋਸਟਾਂ ਮਾਸਟਰ ਕੈਡਰ ਦੀਆਂ। ਮਾਸਟਰ ਕੈਡਰ ਦੇ ਵਿੱਚ ਅਗਰ ਆਪਾਂ ਗਿਣਤੀ ਦੇ 6 ਸਬਜੈਕਟ ਵੀ ਲਗਾਈਏ, ਕਿਉਂਕਿ 31 ਮਾਰਚ 2022 ਤੱਕ ਜਿੰਨੀਆਂ ਵੀ ਪੋਸਟਾਂ ਕਹਿੰਦੇ ਖਾਲੀ ਹੋਣੀਆਂ ਨੇ ਮਾਸਟਰ ਕੈਡਰ ਦੀਆਂ ਉਹ ਸਾਰੀਆਂ ਅਸੀਂ ਆਊਟ ਕੀਤੀਆਂ ਨੇ। ਸੋ ਅਗਰ ਆਪਾਂ ਮਨੀਸ਼ ਫਾਜ਼ਿਲਕਾ ਵੀਰ ਦੀ ਗੱਲ ਕਰ ਲਈਏ, ਉਹ ਕਿੰਨੇ ਦਿਨਾਂ ਤੋਂ ਟੈਂਕੀ ਤੇ ਆਪਣਾ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਕਿ ਹਾਲਤ ਉਹਨਾਂ ਦੀ ਬਹੁਤ ਜ਼ਿਆਦਾ ਖਰਾਬ ਹੈ। ਵੀ ਜਿਹੜੇ ਕੈਂਡੀਡੇਟਸ ਆ ਉਹ ਪੱਕਾ ਮੋਰਚਾ ਉਹਨਾਂ ਨੇ ਬੀਐਡ ਵਾਲੇ ਕੈਂਡੀਡੇਟਸ ਨੇ ਲਗਾਇਆ ਹੋਇਆ। ਉਹਨਾਂ ਦੀ ਮੰਗ ਕੀ ਹੈ ਕਿ ਐਸਐਸਟੀ ਹਿੰਦੀ ਤੇ ਪੰਜਾਬੀ ਸਿਰਫ 3 ਸਬਜੈਕਟਾਂ ਦੀ ਹੀ ਪੋਸਟ ਜਿਹੜੀ ਆ ਉਹ 9000 ਕੀਤੀ ਜਾਵੇ, ਤਾਂ 6 ਸਬਜੈਕਟਾਂ ਦੀ ਪੋਸਟ ਲਈ ਤਾਂ ਵੱਧ ਪੋਸਟਾਂ ਚਾਹੀਦੀਆਂ ਨੇ, ਲੇਕਿਨ ਇਹਨਾਂ ਨੇ 6 ਦੀਆਂ 6 ਲਈ ਕਿੰਨੀਆਂ ਕੀਤੀਆਂ ਨੇ 4185, ਯਾਨੀ ਕਿ ਕਿਸੇ ਨੂੰ ਕੁਝ ਵੀ ਨਹੀਂ ਮਿਲਣ ਵਾਲਾ। ਬਹੁਤ ਹੀ ਘੱਟ ਪੋਸਟਾਂ ਹਰ ਇੱਕ ਸਬਜੈਕਟ ਦੀਆਂ ਆਉਣਗੀਆਂ ਤੇ ਬਹੁਤ ਘੱਟ ਕੈਂਡੀਡੇਟਸ ਲੱਗ ਪਾਣਗੇ, ਕਾਡਰ ਫੇਰ ਸਾਰਾ ਖੜਾ ਰਹਿ ਜਾਊਗਾ। ਲੇਕਿਨ ਆਪਾਂ ਕੀ ਕਰਦੇ ਹਾਂ, ਆਪਾਂ ਕਦੀ ਵੀ ਉਹਨਾਂ ਦੇ ਵਿੱਚ ਉਹਨਾਂ ਦੀ ਯੂਨੀਅਨ ਦਾ ਸਾਥ ਨਹੀਂ ਦਿੰਦੇ। ਆਪਣੀ ਪੋਸਟਾਂ ਦੇ ਲਈ ਆਪਾਂ ਕਿਉਂ ਧਰਨੇ ਤੇ ਨਹੀਂ ਪਹੁੰਚਦੇ। ਫਿਰ ਇੱਕ ਅਪੀਲ ਹੈ ਕਿ ਅਗਰ ਬੀਐਡ ਦੀਆਂ ਪੋਸਟਾਂ ਚੱਜ ਨਾਲ ਚਾਹੀਦੀਆਂ ਨੇ ਜਿਹਦੇ ਵਿੱਚ ਸਾਰਾ ਕਾਡਰ ਲੱਗ ਸਕੇ, ਸਿਰਫ ਇੱਕ ਤਮਾਸ਼ਾ ਨਾ ਹੋਵੇ ਭਰਤੀ ਭਰਨ ਦਾ, ਤਾਂ ਜ਼ਰੂਰ ਸੜਕਾਂ ਤੇ ਉਤਰੋ, ਇਹਨਾਂ ਨਾਲ ਪ੍ਰੋਟੈਸਟ ਕਰੋ, ਯੂਨੀਅਨ ਦਾ ਸਾਥ ਦਿਓ, ਕਿਉਂਕਿ ਉਹ ਯੂਨੀਅਨ ਸਿਰਫ ਆਪਣੇ ਵਾਸਤੇ ਨਹੀਂ ਸਾਰੇ ਕਾਡਰ ਵਾਸਤੇ ਲੜ ਰਹੀ ਹੈ। ਮਨੀਸ਼ ਫਾਜ਼ਿਲਕਾ ਟੈਂਕੀ ਤੇ ਜੋ ਪ੍ਰੋਟੈਸਟ ਕਰ ਰਹੇ ਨੇ, ਆਪਣੀ ਹਾਲਤ ਇੰਨੀ ਖਰਾਬ ਕਰ ਰਹੇ ਨੇ, ਉਹ ਕੱਲਿਆਂ ਵਾਸਤੇ ਨਹੀਂ ਕਰ ਰਹੇ, ਪੂਰੇ ਕਾਡਰ ਵਾਸਤੇ ਕਰ ਰਹੇ ਨੇ। ਇਹ 2-4 ਗੱਲਾਂ ਸੀਗੀਆਂ ਜੀ। ਜਿਹੜੇ 66-35 ਵਾਲੇ ਕੈਂਡੀਡੇਟਸ ਕਾਫੀ ਨਿਰਾਸ਼ ਸੀਗੇ ਕਿ ਹੁਣ ਕੀ ਬਣੇਗਾ 2364 ਵਾਲੇ ਕੈਂਡੀਡੇਟਸ, ਤੇ ਇਹੀ ਹੈ ਕਿ 2364 ਦੇ ਰਿਗਾਰਡਿੰਗ ਜੋ ਵੀ ਸਹਿਮਤੀ ਬਣਦੀ ਹੈ ਸਰਕਾਰ ਨਾਲ ਬਣਾ ਕੇ ਭਰਤੀ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ। 66-35 ਦੇ ਰਿਗਾਰਡਿੰਗ ਜਿਹੜਾ ਹੈ ਫੈਸਲਾ ਕੋਰਟ ਦੇ ਵਿੱਚ ਹੈ, ਸਭ ਤੋਂ ਪਹਿਲਾਂ ਉਹ ਰੋਲਾ ਜਿਹੜਾ ਮੁਕਾਉਣਾ ਚਾਹੀਦਾ ਹੈ, 66-35 ਪੂਰੀ ਕਰਾਉਣੀ ਚਾਹੀਦੀ ਹੈ। ਜਦੋਂ 2364 ਔਰ 66-35 ਭਰਤੀਆਂ ਪੂਰੀਆਂ ਹੋ ਗਈਆਂ ਉਦੋਂ ਹੀ ਨਵੀਂ ਭਰਤੀ ਦੇ ਵਿੱਚ ਨਵੀਂ ਭਰਤੀ ਆਊਟ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਪੈਸੇ ਲਗਾਉਣੇ ਚਾਹੀਦੇ ਨੇ। ਬਿਨਾਂ ਇਹ ਭਰਤੀਆਂ ਪੂਰੀਆਂ ਕੀਤੇ ਔਰ ਉਸਦੇ ਵਿੱਚ ਬਿਨਾਂ ਇਹ ਈਟੀਟੀ ਬੀਐਡ ਦਾ ਰੌਲਾ ਮੁਕਾਏ ਉਸਦੇ ਵਿੱਚ ਪੈਸੇ ਲਗਾਉਣਾ, ਉਸ ਭਰਤੀ ਦੇ ਲਈ ਅਪਲਾਈ ਕਰਨਾ, ਇਹ ਉਹਨਾਂ ਕੈਂਡੀਡੇਟਸ ਦੀ ਬੇਵਕੂਫੀ ਹੋਏਗੀ, ਕਿਉਂਕਿ ਉਹ ਸਿਰਫ ਆਪਣਾ ਪੈਸਾ ਆਪਣੀ ਉਮੀਦਾਂ ਉਹਦੇ ਵਿੱਚ ਫਸਾਉਣ ਜਾ ਰਹੇ ਨੇ, ਜੋ ਕਿ ਪਹਿਲਾਂ ਇਹਨਾਂ ਭਰਤੀਆਂ ਦੇ ਵਿੱਚ ਬਾਕੀ ਕੈਂਡੀਡੇਟਸ ਦੀਆਂ ਫਸੀਆਂ ਹੋਈਆਂ ਨੇ। ਸੋ ਜਦ ਤੱਕ ਇਹ ਕਨਫਰਮ ਨਹੀਂ ਹੋ ਜਾਂਦਾ ਕਿ ਇਹ ਭਰਤੀ ਜਿਹੜੀ ਕੈਂਸਲ ਨਹੀਂ ਹੋਊਗੀ ਕੋਰਟ ਦੇ ਵਿੱਚ ਜਾ ਕੇ, ਤਦ ਤੱਕ ਇਹ ਭਰਤੀ ਜਿਹੜੀ ਹੈ ਉਹਦੇ ਲਈ ਪੈਸੇ ਦੇਣਾ ਬਿਲਕੁਲ ਵੀ ਸਹੀ ਨਹੀਂ ਹੈ। ਬਾਕੀ ਫਿਰ ਉਹ ਇਲਾਜ ਦੇ ਵਿੱਚ ਇੱਕ ਵਾਇਰਲ ਨੋਟਿਸ ਹੈ, ਆਫੀਸ਼ੀਅਲ ਨੋਟਿਸ ਨਹੀਂ ਆਇਆ, ਪਰ ਅਗਰ ਇਹ ਵਾਇਰਲ ਨੋਟਿਸ ਵੀ ਹੈ ਤਾਂ ਇਹਦੇ ਰਿਗਾਰਡਿੰਗ ਇਹ ਗੱਲ ਵੀ ਵਾਇਰਲ ਕਰ ਦਿਓ ਵੀ ਜਦ ਤੱਕ ਇਹ ਭਰਤੀਆਂ ਪੂਰੀਆਂ ਨਹੀਂ ਹੁੰਦੀਆਂ ਨਵੀਂ ਭਰਤੀ 'ਚ ਪੈਸਾ ਨਹੀਂ ਭੇਜਿਆ ਜਾਏਗਾ, ਤਾਂ ਕਿ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਫਿਰ ਸੋਚ ਸਮਝ ਕੇ ਹੀ ਆਵੇ। ਤਾਂ ਇਹ ਸੀਗੇ ਜੀ ਮੇਰੇ ਵਿਚਾਰ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਬਾਕੀ ਤੁਹਾਡੇ ਇਸ ਚੀਜ਼ ਨੂੰ ਲੈ ਕੇ ਕੀ ਵਿਚਾਰ ਨੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ। ਇਸ ਤਰ੍ਹਾਂ ਦੀ ਕੋਈ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦੀ ਉਹਦੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸੇ ਚੈਨਲ ਤੇ ਦੇਵਾਂਗੇ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰ ਲਿਓ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।